So students, in this video we'll be talking about applications of biotechnology in medicines, right? In our previous videos we have already discussed applications of biotechnology in agriculture, right? Where we have discussed bt cotton, where we have discussed pest resistance crops, insect resistance crops, right? So here we are going to discuss applications of biotechnology in medicine, right? बेटा बहुत सारे ਇਹੋ ਜਿਹੇ ਫਾਰਮਾਸਿਊਟੀਕਲ ਪ੍ਰੋਡਕਟਸ ਬਾਇਓਟੈਕਨੋਲੋਜੀ ਜਾਂ ਡੀਐਨਏ ਆਰਡੀਐਨਏ ਟੈਕਨੋਲੋਜੀ ਦੀ ਮਦਦ ਨਾਲ ਬਣ ਚੁੱਕੇ ਹੈ, ਰਾਈਟ? ਰੀਕੌਂਬੀਨੈਂਟ ਡੀਐਨਏ ਟੈਕਨੋਲੋਜੀ ਦੀ ਮਦਦ ਦੇ ਨਾਲ ਬਹੁਤ ਸਾਰੇ ਫਾਰਮਾਸਿਊਟੀਕਲ ਮੀਨਸ ਰਿਲੇਟਡ ਟੂ ਫਾਰਮਾ ਮੈਡੀਸਿਨਸ ਪ੍ਰੋਡਕਟਸ ਬਣ ਚੁੱਕੇ ਨੇ ਔਰ ਮੋਸਟਲੀ ਉਹ ਪ੍ਰੋਟੀਨੀਸ਼ੀਅਸ ਨੇ, ਰਾਈਟ? ਬੇਟਾ ਸੀ ਰੈਦਰ ਸਪੋਜ਼ ਅਸੀਂ ਸਾਨੂੰ ਕੋਈ ਫਾਰਮਾਸਿਊਟੀਕਲ ਪ੍ਰੋਡਕਟ ਚਾਹੀਦਾ ਹੈ, ਰੈਦਰ ਮੈਂ ਉਸ ਪ੍ਰੋਡਕਟ ਨੂੰ ਕਿਸੇ ਐਨੀਮਲ ਤੋਂ ਐਕਸਟਰੈਕਟ ਕਰਾਂ ਜਾਂ ਉਸ ਚੀਜ਼ ਨੂੰ ਕਿਸੇ ਹੋਰ ਨੋਨ ਹਿਊਮਨ ਸੋਰਸ ਤੋਂ ਐਕਸਟਰੈਕਟ ਕਰਾਂ ਤਾਂ ਹੋ ਸਕਦਾ ਸਾਨੂੰ ਬਿਕੋਜ਼ ਆਫ ਅਸੀਂ ਕਿਸੇ ਐਨੀਮਲ ਤੋਂ ਸਪੋਜ਼ ਡੌਗ ਤੋਂ ਜਾਂ ਕਿਸੇ ਤੋਂ ਐਕਸਟਰੈਕਟ ਕਰ ਰਹੇ ਸਾਨੂੰ ਕੋਈ ਇਨਫੈਕਸ਼ਨ ਦਾ ਰਿਸਕ ਹੋ ਸਕਦਾ ਹੈ। ਜੇ ਅਸੀਂ ਰੀਕੌਂਬੀਨੈਂਟ ਡੀਐਨਏ ਟੈਕਨੋਲੋਜੀ ਦੀ ਮਦਦ ਦੇ ਨਾਲ ਉਹੀ ਪ੍ਰੋਟੀਨ ਕੋਈ ਜੀਨ ਇੰਟਰੋਡਿਊਸ ਕਰਾ ਕੇ ਬਣਾਈਏ, ਆਪਾਂ ਦੇਖਾਂਗੇ ਕਿਵੇਂ। ਸੋ ਉਹ ਰੀਕੌਂਬੀਨੈਂਟ ਜਿਹੜੇ ਪ੍ਰੋਡਕਟਸ ਹੋਣਗੇ, ਮੈਡੀਸਿਨਲ ਪ੍ਰੋਡਕਟਸ ਹੋਣਗੇ, ਉਹ ਨਾ ਤਾਂ ਕੋਈ ਸਾਡੀ ਬੋਡੀ 'ਚ ਅਨਵਾਂਟਡ ਇਮਿਊਨੋਲੋਜੀਕਲ ਰਿਸਪੌਂਸ ਪੈਦਾ ਕਰਨਗੇ, ਮੀਨ ਜਿਹਦੇ ਨਾਲ ਸਾਡੀ ਬੋਡੀ ਨੂੰ ਉਹ ਚੀਜ਼ ਨੌਨ ਸੈਲਫ ਲੱਗੇ, ਸਾਡੀ ਬੋਡੀ ਉਹਨੂੰ ਆਪਣਾ ਸੈਲਫ ਨਾ ਮੰਨੇ ਅਤੇ ਉਹਨੂੰ ਰਿਜੈਕਟ ਕਰ ਦੇਵੇ, ਅਤੇ ਨਾ ਹੀ ਸਾਨੂੰ ਕੋਈ ਰਿਸਕ ਆਫ ਇਨਫੈਕਸ਼ਨ ਰਹੇ। ਇਸ ਚੀਜ਼ ਦੇ ਲਈ ਰੀਕੌਂਬੀਨੈਂਟ ਡੀਐਨਏ ਟੈਕਨੋਲੋਜੀ ਨੇ ਬਹੁਤ ਸਾਰੇ ਇਹੋ ਜਿਹੇ ਪ੍ਰੋਡਕਟਸ ਬਣਾਏ ਨੇ ਔਰ ਇੰਡੀਆ ਦੇ ਵਿੱਚ ਅਬਾਊਟ 12 ਸੱਚ ਪ੍ਰੋਡਕਟਸ ਆਰ ਪ੍ਰੈਜ਼ੈਂਟਲੀ ਬੀਇੰਗ ਮਾਰਕੀਟਡ, ਰਾਈਟ? ਸੋ ਮੇਨਲੀ ਅਸੀਂ ਕੀ ਡਿਸਕਸ ਕਰਨਾ? ਮੇਨਲੀ ਅਸੀਂ ਜੈਨੇਟਿਕਲੀ ਇੰਜੀਨੀਅਰਡ ਇਨਸੂਲਿਨ ਸਟੱਡੀ ਕਰਨ ਜਾ ਰਹੇ ਹਾਂ। ਜੈਨੇਟਿਕਲੀ ਇੰਜੀਨੀਅਰਡ ਇਨਸੂਲਿਨ ਮੀਨਸ ਅਸੀਂ ਇਨਸੂਲਿਨ ਨੂੰ ਰੀਕੌਂਬੀਨੈਂਟ ਡੀਐਨਏ ਟੈਕਨੋਲੋਜੀ ਦੀ ਮਦਦ ਨਾਲ ਬਣਾਉਣ ਜਾ ਰਹੇ ਹਾਂ, ਬਿਕੋਜ਼ ਵੀ ਨੋ ਦੈਟ ਡਾਇਬਟਿਕ ਪੇਸ਼ੈਂਟਸ ਦੇ ਬੋਡੀ ਦੇ ਵਿੱਚ ਜਿਹੜੀ ਇਨਸੂਲਿਨ ਦੀ ਕਮੀ ਹੋ ਜਾਂਦੀ ਹੈ। ਪਹਿਲਾਂ ਅਸੀਂ ਡਿਸਕਸ ਕਰਾਂਗੇ ਕਿ ਜਿਹੜੀ ਇਨਸੂਲਿਨ ਹੈ ਉਹ ਸਾਡੀ ਬੋਡੀ ਦੇ ਵਿੱਚ ਕਿੱਥੇ ਬਣਦੀ ਹੈ, ਠੀਕ ਹੈ, ਅਤੇ ਇਨਸੂਲਿਨ ਦਾ ਬੇਸਿਕ ਸਟਰਕਚਰ ਕੀ ਹੈ, ਰਾਈਟ? ਸੋ ਸ਼ੁਰੂ ਦੇ ਵਿੱਚ ਬੇਟਾ ਇਨਸੂਲਿਨ ਜਿਹੜੀ ਹੈ ਉਹ ਲਈ ਗਈ ਸੀ ਪੈਨਕ੍ਰੀਆਜ਼ ਆਫ ਕੈਟਲਸ, ਮਤਲਬ ਜਿਹੜੇ ਸਲੌਟਰਡ ਕੈਟਲਸ ਨੇ, ਮਾਰ ਕੇ ਉਹਨਾਂ ਨੂੰ ਕੱਟ ਕੇ ਕਹਿ ਲਓ, ਸਲੌਟਰਡ ਜਿਨ੍ਹਾਂ ਦਾ ਆਪਾਂ ਉਹਨੂੰ ਸ਼ਿਕਾਰ ਕਰ ਲਿਆ ਕਹਿ ਲਓ, ਸਲੌਟਰਡ ਕੈਟਲਸ ਅਤੇ ਪਿਗਸ ਦੇ ਪੈਨਕ੍ਰੀਆਜ਼ ਦੇ ਵਿੱਚੋਂ ਆਈਸੋਲੇਟ ਕੀਤੀ ਗਈ। ਬਟ ਲੇਟਰ ਔਨ 1921 ਦੇ ਵਿੱਚ ਬੈਂਟਿੰਗ ਅਤੇ ਬੈਸਟ ਨੇ ਪਿਓਰ ਐਕਸਟਰੈਕਟ ਆਫ ਇਨਸੂਲਿਨ ਬਣਾਇਆ ਫਰੋਮ ਪੈਨਕ੍ਰੀਆਜ਼ ਆਫ ਡੌਗ ਵਿਦ ਦ ਹੈਲਪ ਆਫ ਮੈਕਲੀਓਡ, ਠੀਕ ਹੈ? ਸਭ ਨੇ ਮਿਲ ਕੇ ਡੌਗ ਦੀ ਪੈਨਕ੍ਰੀਆਜ਼ ਦੇ ਵਿੱਚੋਂ ਪਿਓਰ ਐਕਸਟਰੈਕਟ ਆਫ ਇਨਸੂਲਿਨ ਆਈਸੋਲੇਟ ਕੀਤਾ, ਬਣਾਇਆ, ਰਾਈਟ? ਐਨੀ ਹਾਊ ਬਿਫੋਰ ਅਸੀਂ ਇਸ ਚੀਜ਼ ਨੂੰ ਡਿਟੇਲ ਦੇ ਵਿੱਚ ਪੜ੍ਹੀਏ ਕਿ ਹਾਊ ਜੈਨੇਟਿਕਲੀ ਇੰਜੀਨੀਅਰਡ ਇਨਸੂਲਿਨ ਇਜ਼ ਫੋਰਮਡ, ਪਹਿਲਾਂ ਅਸੀਂ ਸਟਰਕਚਰ ਆਫ ਇਨਸੂਲਿਨ ਪੜ੍ਹ ਲਈਏ ਕਿ ਇਨਸੂਲਿਨ ਦੇ ਸਟਰਕਚਰ ਦੇ ਵਿੱਚ ਕੀ ਕੀ ਹੁੰਦਾ, ਰਾਈਟ? ਸੋ ਬੇਟਾ ਇੱਕ ਗੱਲ ਪਹਿਲਾਂ ਅਸੀਂ ਇੱਥੇ ਧਿਆਨ 'ਚ ਰੱਖਣੀ ਹੈ ਕਿ ਜਿਹੜੀ ਇਨਸੂਲਿਨ ਹੈ ਉਹ ਅਸੀਂ ਕਹਿ ਸਕਦੇ ਹਾਂ ਕਿੱਥੇ ਬਣਦੀ ਹੈ ਸਾਡੀ ਬੋਡੀ ਦੇ ਵਿੱਚ। ਸਾਨੂੰ ਪਤਾ ਹੈ ਬੀਟਾ ਸੈਲਸ ਆਫ ਆਈਸਲੈਟਸ ਆਫ ਲੈਂਗਰਹੈਂਸ, ਰਾਈਟ? ਪੈਨਕ੍ਰੀਆਜ਼ ਦੇ ਸੈਲਸ ਨੇ, ਠੀਕ ਹੈ ਜੀ? ਉਹਦੇ ਬੀਟਾ ਸੈਲਸ ਆਫ ਆਈਸਲੈਟ ਆਫ ਲੈਂਗਰਹੈਂਸ ਦੇ ਵਿੱਚ ਇਨਸੂਲਿਨ ਬਣਦੀ ਹੈ। ਬਟ ਅਸੀਂ ਇਹ ਜਾਣਦੇ ਹਾਂ ਕਿ ਜਿਨ੍ਹਾਂ ਦੇ ਵਿੱਚ ਇਨਸੂਲਿਨ ਦੀ ਕਮੀ ਹੋ ਜਾਂਦੀ ਹੈ ਉਹਨਾਂ ਨੂੰ ਡਾਇਬਟੀਜ਼ ਦੀ ਬਿਮਾਰੀ ਹੋ ਜਾਂਦੀ ਹੈ। ਸੋ ਕਿਵੇਂ ਇਸ ਚੀਜ਼ ਨੂੰ ਓਵਰਕਮ ਕੀਤਾ ਜਾ ਸਕਦਾ ਹੈ ਜਾਂ ਕਿਵੇਂ ਜੈਨੇਟਿਕਲੀ ਇੰਜੀਨੀਅਰਡ ਇਨਸੂਲਿਨ ਬਣਦੀ ਹੈ, ਉਸ ਤੋਂ ਪਹਿਲਾਂ ਅਸੀਂ ਸਟਰਕਚਰ ਦੇਖਾਂਗੇ ਇਨਸੂਲਿਨ ਦਾ ਕੀ ਹੈ, ਬੇਸਿਕ ਸਟਰਕਚਰ। ਇਨਸੂਲਿਨ ਦੇ ਵਿੱਚ ਬੇਸਿਕਲੀ ਬੇਟਾ 2 chains are there, A chain and we have B chain, right? ਜਿਹੜੀ ਬੇਟਾ A chain ਹੈ it is made up of 21 amino acids, right? If I talk about B chain ਦੇ ਵਿੱਚ total we have 30 amino acids, right? We have 21 amino acids in A chain and 30 amino acid in chain B, ਠੀਕ ਹੈ ਜੀ? A ਤੇ B chain ਦੋਨਾਂ ਨੂੰ ਕਨੈਕਟ ਕਰਨ ਵਾਲੀ ਇੱਕ ਥਰਡ chain ਹੈ which is called as C chain, ਠੀਕ ਹੈ ਜੀ ਸਟੂਡੈਂਟਸ? ਜਿਹੜੀ ਕਿ 33 ਅਮਾਈਨੋ ਐਸਿਡਸ ਦੀ ਬਣੀ ਹੁੰਦੀ ਹੈ,
ਮੇਨਲੀ ਸਾਨੂੰ A ਤੇ B ਚੇਨਸ ਚਾਹੀਦੀਆਂ ਨੇ, C ਚੇਨ ਜਸਟ ਇਹਨਾਂ ਚੇਨਸ ਨੂੰ ਕਲੋਜ਼ਰ ਲੈ ਕੇ ਆਉਂਦੀ ਹੈ, ਠੀਕ ਹੈ। ਦੇ ਆਰ ਇੰਟਰਕਨੈਕਟਿਡ ਬਾਏ, ਜਾਂ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਜਾਂ ਫਿਰ ਅਸੀਂ ਇੱਥੇ ਇੱਕ ਹੋਰ ਗੱਲ ਕਹਿ ਸਕਦੇ ਹਾਂ ਕਿ ਜਦੋਂ C ਚੇਨ ਨੇ ਇਹਨਾਂ ਦੋਨਾਂ ਨੂੰ A ਤੇ B ਚੇਨ ਨੂੰ ਕਨੈਕਟ ਕੀਤਾ ਹੁੰਦਾ, ਦੀਜ਼ ABC ਜਿਹੜੀਆਂ ਤਿੰਨੋਂ ਚੇਨਸ ਨੇ, ਇਹਨੂੰ ਪ੍ਰੋ ਇਨਸੂਲਿਨ ਕਿਹਾ ਜਾਂਦਾ ਹੈ। ਜਿਹੜੀ ਇਹ ਇਨਸੂਲਿਨ ਦਾ ਸਟਰਕਚਰ ਹੈ ਨਾ ਬੇਟਾ, ਇਹਨੂੰ ਕੀ ਕਿਹਾ ਜਾਂਦਾ ਹੈ? ਪ੍ਰੋ ਇਨਸੂਲਿਨ। ਪ੍ਰੋ ਇਨਸੂਲਿਨ ਸਾਡੇ ਕੋਲ ਕੀ ਹੈ? ਪ੍ਰੋ ਇਨਸੂਲਿਨ ਇਨਐਕਟਿਵ ਫਾਰਮ ਆਫ ਇਨਸੂਲਿਨ ਹੈ। ਕੀ ਹੈ? ਇਨਐਕਟਿਵ ਫਾਰਮ ਆਫ ਇਨਸੂਲਿਨ, ਰਾਈਟ। ਸੋ ਇੱਥੇ ਅਸੀਂ ਕਰਨਾ ਕੀ ਹੈ, ਜਦੋਂ ਪ੍ਰੋ ਇਨਸੂਲਿਨ ਤੋਂ ਮੈਚਿਓਰ ਇਨਸੂਲਿਨ ਬਣਦੀ ਹੈ ਤਾਂ ਜਿਹੜੀ ਇਹ C ਚੇਨ ਹੈ ਇਹ ਰਿਮੂਵ ਕਰ ਦਿੱਤੀ ਜਾਂਦੀ ਹੈ। ਹਾਊ ਹੁੰਦਾ ਕੀ ਹੈ? ਦਿਸ ਚੇਨ ਜਿਹੜੀ ਹੈ ਉਹ A ਤੇ B ਚੇਨ ਨੂੰ ਕਲੋਜ਼ਰ ਲੈ ਕੇ ਆਉਂਦੀ ਹੈ। ਫਿਰ ਜਿਹੜੀ A ਤੇ B ਚੇਨਸ ਨੇ, ਦੇ ਆਰ ਕਨੈਕਟਿਡ ਬਾਏ ਡਾਈਸਲਫਾਈਡ ਲਿੰਕੇਜ। A ਤੇ ਜਿਹੜੀ B ਚੇਨ ਹੈ, ਦੇ ਆਰ ਕਨੈਕਟਿਡ ਬਾਏ ਡਾਈਸਲਫਾਈਡ ਲਿੰਕੇਜ। ਸੋ ਇਹ ਬੇਟਾ ਬਣ ਜਾਂਦੀ ਹੈ ਸਾਡੇ ਕੋਲ, ਤੁਸੀਂ ਕਹਿ ਸਕਦੇ ਹੋ ਮੈਚਿਓਰ ਕਹਿ ਲਓ, ਜਾਂ ਮੈਂ ਇੱਥੇ ਇੱਕ ਐਗਜ਼ੈਕਟ ਵਰਡ ਯੂਜ਼ ਕਰੂੰਗੀ, ਐਕਟਿਵ ਇਨਸੂਲਿਨ, ਠੀਕ ਹੈ ਜੀ। ਮੈਂ ਅਗੇਨ ਇਸ ਗੱਲ ਨੂੰ ਰਿਪੀਟ ਕਰਦੀ ਹਾਂ, ਜਿਹੜਾ ਸਟਰਕਚਰ ਆਫ ਇਨਸੂਲਿਨ ਹੈ ਉਹਦੇ ਵਿੱਚ ਬੇਸਿਕਲੀ ਦੋ ਚੇਨਸ ਨੇ, A ਚੇਨ, B ਚੇਨ। A ਚੇਨ ਕੰਟੇਨਸ 21 ਅਮਾਈਨੋ ਐਸਿਡਸ, B ਚੇਨ ਕੰਟੇਨਸ 30 ਅਮਾਈਨੋ ਐਸਿਡ। ਬੋਥ ਦਾ ਚੇਨਸ ਦੇ ਆਰ ਕਨੈਕਟਿਡ ਬਾਏ C ਚੇਨ। C ਚੇਨ ਦੇ ਵਿੱਚ ਟੋਟਲ 33 ਅਮਾਈਨੋ ਐਸਿਡਸ ਹੁੰਦੇ ਆ, ਰਾਈਟ। ਮੈਂ ਇੱਥੇ ਲਿਖ ਦਿੰਦੀ ਹਾਂ, C ਚੇਨ ਦੇ ਵਿੱਚ ਟੋਟਲ 33 ਅਮਾਈਨੋ acids are there, right? But this structure ਜਿਹੜਾ ਅਸੀਂ draw ਕੀਤਾ, this is pro-insulin, we can say that inactive form of insulin, right? Means ਇਸ form ਦੇ ਵਿੱਚ develop ਕਰਦਾ ਹੈ। later on ਕੀ ਹੁੰਦਾ ਹੈ, because ਜਦੋਂ ਇਹ ਦੋਨਾਂ ਚੇਨਸ ਨੂੰ ਕਲੋਜ਼ਰ ਲੈ ਆਇਆ ਤਾਂ ਇਹਦਾ ਫੰਕਸ਼ਨ C ਚੇਨ ਦਾ ਫਿਨਿਸ਼ ਹੋ ਜਾਂਦਾ। C ਚੇਨ ਜਿਹੜੀ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਇਨਸੂਲਿਨ ਦੀ ਫਾਰਮੇਸ਼ਨ ਤੋਂ ਪਹਿਲਾਂ ਜਾਂ ਐਕਟੀਵੇਸ਼ਨ ਤੋਂ ਪਹਿਲਾਂ। ਸੋ ਜਦੋਂ ਇਹ C ਚੇਨ ਰਿਮੂਵ ਕਰ ਦਿੱਤੀ ਜਾਂਦੀ ਹੈ, these two chains they are connected by disulfide linkage। ਸੋ ਇਹ ਜਿਹੜਾ ਸਟਰਕਚਰ ਬਣ ਜਾਂਦਾ, this is active insulin, right? ਐਂਡ ਇੱਕ ਗੱਲ ਹੋਰ ਅਸੀਂ ਇੱਥੇ ਡਿਸਕਸ ਕਰਨੀ ਹੈ ਕਿ ਮੈਚਿਓਰ ਹੋਣ ਦੇ ਲਈ ਜਾਂ ਅਸੀਂ ਇਸ ਚੀਜ਼ ਨੂੰ ਬਣਾਉਣ ਦੇ ਲਈ ਇਹਦੇ ਪਿੱਛੇ ਕਿਹੜੇ ਜੀਨਸ ਕੰਮ ਕਰਦੇ ਨੇ ਜਾਂ ਕਿਵੇਂ ਕੰਮ ਕਰਦੇ ਨੇ, ਅਸੀਂ ਜਾਂ ਜੈਨੇਟਿਕਲੀ ਇੰਜੀਨੀਅਰਡ ਇਨਸੂਲਿਨ ਕਿਵੇਂ ਬਣਾਉਂਦੇ, ਉਹ ਸਾਡਾ ਮੇਨ ਟੌਪਿਕ ਹੈ। ਦਿਸ ਇਜ਼ ਦ ਸਟਰਕਚਰ ਆਫ ਇਨਸੂਲਿਨ, ਰਾਈਟ। ਸੋ ਹਾਊ ਡਜ਼ ਦ ਸਿੰਥਸਿਸ ਆਫ ਇਨਸੂਲਿਨ ਟੇਕਸ ਪਲੇਸ, ਜਾਂ ਇਨਸੂਲਿਨ ਕਿਵੇਂ ਬਣਾਈ ਗਈ। ਸੋ ਇੱਕ ਗੱਲ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਜਿਹੜੀ ਇਨਸੂਲਿਨ ਹੈ ਉਹ ਬੀਟਾ ਸੈਲਸ ਆਫ ਆਈਸਲੇਟ ਆਫ ਲੈਂਗਰਹੈਂਸ ਸੈਲਸ ਆਫ ਪੈਨਕ੍ਰੀਆਸ ਦੇ ਵਿੱਚ ਬਣਦੀ ਹੈ। ਤਾਂ ਇਹਦੇ ਲਈ ਜਿਹੜਾ ਜੀਨ ਰਿਸਪੌਂਸਿਬਲ ਹੈ ਕ੍ਰੋਮੋਸੋਮ ਨੰਬਰ 11 ਤੇ ਪ੍ਰੈਜ਼ੈਂਟ ਹੈ, ਰਾਈਟ। ਬੇਟਾ 1983 ਬਹੁਤ ਹੀ ਇੱਕ ਇੰਪੋਰਟੈਂਟ ਈਅਰ ਹੈ ਯਾਦ ਰੱਖਣ ਲਈ, ਔਰ ਆਈ ਕੈਨ ਸੇ ਹੇਅਰ ਕਿ 1983 ਦੇ ਵਿੱਚ there was an American company, Eli Lilly is the name of the American company ਨੇ ਪਹਿਲੀ ਵਾਰੀ ਜਿਹੜੀ ਜੈਨੇਟਿਕਲੀ ਇੰਜੀਨੀਅਰਡ ਇਨਸੂਲਿਨ ਬਣਾਈ, ਰਾਈਟ। ਉਹਦਾ ਨਾਮ ਹਿਊਮੇਲਿਨ ਰੱਖਿਆ ਗਿਆ। ਕੀ ਰੱਖਿਆ ਗਿਆ? ਹਿਊਮੇਲਿਨ। ਦਿਸ ਇਜ਼ ਵਾਈ ਹਿਊਮੇਲਿਨ? ਹਿਊਮਨ ਇਨਸੂਲਿਨ, ਬਿਕੋਜ਼ ਦਿਸ ਰਿਜ਼ੈਂਬਲਸ ਹਿਊਮਨ ਇਨਸੂਲਿਨ। ਤਾਂ ਬਣਾਈ ਗਈ ਹਿਊਮੇਲਿਨ, ਲੇਕਿਨ ਕਿਹੜੇ ਮੈਥਡ ਦੇ ਨਾਲ? ਜੈਨੇਟਿਕ ਇੰਜੀਨੀਅਰਿੰਗ ਦੇ ਨਾਲ, ਰੀਕੌਂਬੀਨੈਂਟ ਡੀਐਨਏ ਟੈਕਨੋਲੋਜੀ ਨਾਲ। ਕਿਵੇਂ ਬਣਾਈ ਗਈ? ਲੈਟ ਅਸ ਹੈਵ ਅ ਲੁੱਕ ਔਨ ਦੈਟ, ਠੀਕ ਹੈ। ਅਸੀਂ ਉਹ ਡਿਸਕਸ ਕਰਾਂਗੇ ਕਿ ਹਾਊ ਜੈਨੇਟਿਕਲੀ ਇੰਜੀਨੀਅਰਡ ਇਨਸੂਲਿਨ ਵਾਸ ਫਾਰਮਡ। ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ, ਰਾਈਟ। ਸੋ ਪਹਿਲਾਂ ਅਸੀਂ ਇੱਕ ਗੱਲ ਸਮਝਾਂਗੇ ਇੱਥੇ ਕਿ ਸਪੋਜ਼ ਇਫ ਆਈ ਐਮ ਟਾਕਿੰਗ ਅਬਾਊਟ ਹਿਊਮਨ ਬੀਇੰਗਸ, ਸਾਡੇ ਵਿੱਚ ਜਿਹੜਾ ਜੀਨਸ ਹੈ ਫॉर ਇਨਸੂਲਿਨ, ਠੀਕ ਹੈ ਸਟੂਡੈਂਟਸ, ਜਾਂ ਕੋਈ ਵੀ ਜੀਨ ਹੈ, ਸਪੋਜ਼ ਜੀਨ ਆਪਣੇ ਆਪ ਨੂੰ ਐਕਸਪ੍ਰੈਸ ਕਰਾਉਂਦਾ ਹੈ, ਠੀਕ ਹੈ ਜੀ। ਮੀਨਸ ਕਿ ਟਰਾਂਸਕ੍ਰਿਪਸ਼ਨ ਹੁੰਦੀ ਹੈ, ਐਂਡ ਵੀ ਆਲ ਨੋ ਦੈਟ ਟਰਾਂਸਕ੍ਰਿਪਸ਼ਨ, ਮੈਂ ਇੱਥੇ ਲਿਖ ਦਿੰਦੀ ਹਾਂ, ਟਰਾਂਸਕ੍ਰਿਪਸ਼ਨ ਹੁੰਦੀ ਹੈ। ਤਾਂ ਟਰਾਂਸਕ੍ਰਿਪਸ਼ਨ ਹੋਣ ਤੋਂ ਬਾਅਦ ਕੀ ਬਣਦਾ? mRNA, ਜਾਂ ਅਸੀਂ ਐਗਜ਼ੈਕਟਲੀ ਦੇਖੀਏ ਤਾਂ HNRNA, ਹੈਟਰੋਜੀਨਸ RNA, ਮੀਨਸ ਜਿਹਨੂੰ ਅਸੀਂ ਪ੍ਰਾਇਮਰੀ ਟਰਾਂਸਕ੍ਰਿਪਟ ਵੀ ਕਹਿੰਦੇ ਹਾਂ। mRNA ਦਾ ਪ੍ਰੀਕਰਸਰ ਹੈ, ਅਤੇ ਇਹ ਤੋਂ ਲੇਟਰ ਔਨ ਫਿਰ ਕੀ ਬਣਦਾ? mRNA। ਕੀ ਕਰਕੇ? ਅਸੀਂ ਪੜ੍ਹਿਆ ਉਹਦੇ ਵਿੱਚ ਮੋਲੈਕੂਲਰ ਬੇਸਿਸ ਆਫ ਇਨਹੈਰੀਟੈਂਸ ਦੇ ਵਿੱਚ ਪੋਸਟ ਟਰਾਂਸਕ੍ਰਿਪਸ਼ਨਲ modifications, if you remember।
मैं रिपीट करदी हाँ, कोई भी जीन अपने आप ਨੂੰ ਜਦੋਂ ਐਕਸਪ੍ਰੈਸ ਕਰਾਉਂਦਾ ਟਰਾਂਸਕ੍ਰਿਪਸ਼ਨ ਹੁੰਦੀ ਹੈ HNRNA ਬੰਦਾ ਹੈਟਰੋਜੀਨਸ RNA ਇਹ mRNA ਦਾ ਹੀ ਪ੍ਰੀਕਰਸਰ ਹੈ ਮੀਨਸ mRNA ਹੀ ਬਣਨਾ ਹੈ ਬਟ HNRNA ਤੋਂ ਪੋਸਟ ਟਰਾਂਸਕ੍ਰਿਪਸ਼ਨ ਤੋਂ ਬਾਅਦ ਕੁਝ ਮੋਡੀਫਿਕੇਸ਼ਨਸ ਹੁੰਦੀਆਂ ਨੇ ਮੋਡੀਫਿਕੇਸ਼ਨਸ ਹੋਣ ਤੇ ਤੋਂ ਬਾਅਦ ਫਿਰ ਮੈਚਿਓਰ mRNA ਡਿਵੈਲਪ ਕਰਦਾ ਹੈ ਫਿਰ mRNA ਆਪਣੇ ਆਪ ਨੂੰ mRNA ਅੰਡਰਗੋਸ ਟਰਾਂਸਲੇਸ਼ਨ ਐਂਡ ਦੈਨ ਪ੍ਰੋਟੀਨਸ ਆਰ ਫਾਰਮਡ ਮਤਲਬ ਕਿ ਇਨਸੂਲਿਨ ਬਣ ਗਿਆ ਸਮਝ ਲਓ ਸਾਡੀ ਬੋਡੀ 'ਚ ਕੀ ਹੁੰਦੀਆਂ ਨੇ ਪੋਸਟ ਟਰਾਂਸਕ੍ਰਿਪਸ਼ਨਲ ਮੋਡੀਫਿਕੇਸ਼ਨ ਐਕਚੁਅਲੀ ਜਿਹੜਾ ਸਾਡੇ HNRNA ਬਣਦਾ ਹੈ ਜਿਹਨੂੰ ਅਸੀਂ ਪ੍ਰਾਇਮਰੀ ਟਰਾਂਸਕ੍ਰਿਪਟ ਵੀ ਕਹਿੰਦੇ ਹਾਂ ਅਸੀਂ ਮੋਲੈਕੂਲਰ ਬੇਸਿਸ ਆਫ ਇਨਹੈਰੀਟੈਂਸ 'ਚ ਪੜ੍ਹ ਚੁੱਕੇ ਹਾਂ ਪ੍ਰਾਇਮਰੀ ਟਰਾਂਸਕ੍ਰਿਪਟ ਵੀ ਕਹਿੰਦੇ ਹਾਂ ਸਪੋਜ਼ ਪ੍ਰਾਇਮਰੀ ਟਰਾਂਸਕ੍ਰਿਪਟ ਜਿਹੜਾ ਬੰਦਾ ਉਹਦੇ ਵਿੱਚ ਕੀ ਹੁੰਦਾ ਅਸੀਂ ਪੜ੍ਹਿਆ ਹੋਇਆ ਐਗਜ਼ਨ intron you remember axon is the that part ਜਿਹੜਾ ਕੋਡਿੰਗ ਹੈ ਇੰਟਰੋਨਸ ਉਹ ਪਾਰਟ ਹੈ ਜਿਹੜਾ ਨੌਨ ਕੋਡਿੰਗ ਹੈ ਇੰਟਰੋਨ ਐਗਜ਼ੋਨ ਇੰਟਰੋਨ ਐਂਡ ਪੋਸਟ ਟਰਾਂਸਕ੍ਰਿਪਸ਼ਨਲ ਮੋਡੀਫਿਕੇਸ਼ਨ 'ਚ ਕੀ ਹੁੰਦਾ ਹੈ ਰਿਮੂਵਲ ਆਫ ਦਿਸ ਨੌਨ ਕੋਡਿੰਗ ਪਾਰਟ ਜਿਸ ਪ੍ਰੋਸੈਸ ਨੂੰ ਅਸੀਂ ਕੀ ਬੋਲਦੇ ਹਾਂ ਸਪਲਾਈਸਿੰਗ ਅਤੇ ਰਹਿ ਕੀ ਜਾਂਦਾ ਫਿਰ ਐਗਜ਼ਨ ਰਹਿ ਜਾਂਦੇ ਆ ਠੀਕ ਹੈ ਜੀ ਅਤੇ ਲੇਟਰ ਔਨ ਤੁਸੀਂ ਸਾਰਿਆਂ ਨੇ ਦੇਖਿਆ ਕਿ mRNA ਦੇ 5' ਐਂਡ 'ਤੇ ਕੈਪ ਲੱਗ ਜਾਂਦਾ 3' ਐਂਡ 'ਤੇ ਟੇਲ ਲੱਗ ਜਾਂਦੀ ਹੈ ਮੀਨਸ ਅਸੀਂ ਮੈਚਿਓਰ mRNA ਡਿਵੈਲਪ ਕਰਾ ਲੈਂਦੇ ਹਾਂ ਅਸੀਂ ਇਹ ਡਿਸਕਸ ਕਰ ਚੁੱਕੇ ਹਾਂ ਠੀਕ ਹੈ ਹੁਣ ਇੱਥੇ ਇੱਕ ਇੰਪੋਰਟੈਂਟ ਗੱਲ ਸਮਝਣ ਵਾਲੀ ਹੈ ਠੀਕ ਹੈ ਜਦੋਂ ਇਹ ਇੰਟਰੋਨ ਨਿਕਲ ਗਏ ਸੀ ਐਗਜ਼ਨ ਨੂੰ ਜੋੜਨ ਲਈ ਇੱਕ ਇੰਜ਼ਾਈਮ ਕੰਮ ਕਰਦੀ ਉਹਨੂੰ ਲਾਈਗੇਜ਼ ਇੰਜ਼ਾਈਮ ਕਹਿੰਦੇ ਅਸੀਂ ਪੜ੍ਹਿਆ ਹੋਇਆ ਲਾਈਗੇਜ਼ ਇੰਜ਼ਾਈਮ ਇੱਥੇ ਇੱਕ ਬੜੀ ਇੰਪੋਰਟੈਂਟ ਗੱਲ ਬੱਚੇ ਸਮਝਣ ਵਾਲੀ ਹੈ ਕਿ ਜਦੋਂ ਕੋਈ ਵੀ ਜੀਨ ਆਪਣੇ ਆਪ ਨੂੰ ਐਕਸਪ੍ਰੈਸ ਕਰਾ ਰਿਹਾ ਟਰਾਂਸਕ੍ਰਿਪਸ਼ਨ ਹੋ ਕੇ HNRNA ਬਣ ਰਿਹਾ ਅਤੇ HNRNA ਤੋਂ ਮੈਚਿਓਰ ਹੋ ਕੇ ਜਾਂ ਪੋਸਟ ਟਰਾਂਸਕ੍ਰਿਪਸ਼ਨਲ ਮੋਡੀਫਿਕੇਸ਼ਨਸ ਹੋ ਕੇ mRNA ਬਣ ਰਿਹਾ ਬਾਏ ਆਹ ਵਾਲੇ ਪ੍ਰੋਸੈਸਿਸ ਸਪਲਾਈਸਿੰਗ ਕੈਪਿੰਗ ਟੇਲਿੰਗ ਜੋ ਅਸੀਂ ਪੜ੍ਹ ਆਏ ਹਾਂ ਮੋਲੈਕੂਲਰ ਬੇਸਿਸ 'ਚ ਇਹ ਚੀਜ਼ ਯੂਕੈਰੀਓਟਸ 'ਚ ਤਾਂ ਪੋਸੀਬਲ ਹੈ ਬਟ ਇਫ ਆਈ ਟਾਕ ਅਬਾਊਟ ਪ੍ਰੋਕੈਰੀਓਟਸ ਉਹਦੇ ਵਿੱਚ ਨਾ ਤਾਂ ਲਾਈਗੇਸ਼ਨ ਦੀ ਐਂਜ਼ਾਈਮ ਹੈ ਲਾਈਗੇਜ਼ ਨਾ ਸਪਲਾਈਸਿੰਗ ਹੁੰਦੀ ਹੈ ਤਾਂ ਫਿਰ ਜੇ ਤਾਂ ਯੂਕੈਰੀਓਟਸ ਦੀ ਗੱਲ ਕਰੀਏ ਤਾਂ ਆਹ ਚੀਜ਼ ਪੋਸੀਬਲ ਹੈ ਫਿਰ ਇਨਸੂਲਿਨ ਬਣ ਰਹੀ ਹੈ ਹੁਣ ਐਲੀ ਲਿਲੀ ਜਿਹੜੀ ਅਮਰੀਕਨ ਕੰਪਨੀ ਉਹਨੇ ਕੀ ਕੀਤਾ ਟਰਾਈ ਟੂ ਅੰਡਰਸਟੈਂਡ ਹੇਅਰ ਉਹਨਾਂ ਨੇ ਕੀ ਕੀਤਾ ਐਸਕਰਸ਼ੀਆ ਕੋਲਾਈ ਦੇ ਵਿੱਚ ਉਹ ਵਾਲੇ ਜੀਨ ਇੰਟਰੋਡਿਊਸ ਕਰਵਾਏ ਕਿਹੜੇ ਜੀਨ ਇੰਟਰੋਡਿਊਸ ਕਰਾਏ ਜਿਹੜੇ ਉਹ ਵਾਲੇ ਜੀਨ ਇੰਟਰੋਡਿਊਸ ਕਰਾਏ ਜਿਹੜੇ ਐਕਸਪ੍ਰੈਸ ਕਰਾ ਕੇ ਖੁਦ ਨੂੰ ਕੀ ਬਣਾਉਂਦੇ ਆ A ਪੋਲੀਪੈਪਟਾਈਡ ਚੇਨ ਤੇ B ਪੋਲੀਪੈਪ ਅਲੱਗ ਦੋ ਅਲੱਗ ਈਕੋਲਾਈ ਲਏ ਇੱਕ 'ਚ A ਪੋਲੀਪੈਪਟਾਈਡ ਚੇਨ ਦਾ ਜੀਨ ਇੰਟਰੋਡਿਊਸ ਕਰਾਤਾ ਅਤੇ ਦੂਜੇ ਦੇ ਵਿੱਚ B ਪੋਲੀਪੈਪਟਾਈਡ ਚੇਨ ਦਾ ਜੀਨ ਇੰਟਰੋਡਿਊਸ ਕਰਾਤਾ ਇੱਕ ਐਸਕਰਸ਼ੀਆ ਕੋਲਾਈ 'ਚ A ਪੋਲੀਪੈਪਟਾਈਡ ਬਣ ਗਈ ਦੂਜੇ 'ਚ B ਬਣ ਗਈ ਦੋਨਾਂ ਨੂੰ ਐਕਸਟਰੈਕਟ ਕਰਕੇ ਜੁਆਇਨ ਕਰਾਤਾ ਵਿਦ ਦਾ ਇੱਦਾਂ ਦੇ ਕੰਡੀਸ਼ਨਸ ਦਿੱਤੀਆਂ ਕਿ ਡਾਈਸਲਫਾਈਡ ਬੌਂਡ ਡਿਵੈਲਪ ਹੋ ਜਾਏ ਮੀਨਸ ਕਿ ਇਨਸੂਲਿਨ ਬਣ ਜਾਵੇ ਪਰ ਇੱਥੇ ਇੱਕ ਕੁਐਸ਼ਨ ਹੈ ਬੇਟਾ ਜੇ ਤਾਂ ਮੈਂ ਜਿਹੜਾ ਜੀਨ ਠੀਕ ਹੈ ਜੀ ਹਿਊਮਨਸ ਦੇ ਵਿੱਚ ਇਨਸੂਲਿਨ ਬਣਾਉਂਦਾ ਹੈ ਅਗਰ ਮੈਂ ਉਹ ਵਾਲਾ ਜੀਨ ਕੋਲਾਈ ਦੇ ਵਿੱਚ ਇੰਟਰੋਡਿਊਸ ਕਰਵਾ ਦਾਂ ਬੜੀ ਇੰਪੋਰਟੈਂਟ ਗੱਲ ਇੱਥੇ ਸਮਝਣ ਵਾਲੀ ਹੈ ਤਾਂ ਉਹ ਜੀਨ ਆਪਣੇ ਆਪ ਨੂੰ ਐਕਸਪ੍ਰੈਸ ਕਰਾ ਕੇ mRNA HNRNA ਬਣਾਏਗਾ HNRNA ਦੀ ਅੱਗੇ ਮੋਡੀਫਿਕੇਸ਼ਨਸ ਹੋ ਕੇ mRNA ਬਣੇਗਾ mRNA ਤੋਂ ਫਿਰ ਪ੍ਰੋਟੀਨਸ ਮੀਨਸ A ਤੇ B ਚੇਨ ਬਣ ਗਿਆ ਬਟ ਇੱਥੇ ਇੱਕ ਬੜਾ ਇੰਪੋਰਟੈਂਟ ਕੁਐਸ਼ਨ ਹੈ ਕਿ ਕੋਲਾਈ ਦੇ ਵਿੱਚ ਤਾਂ ਪੋਸਟ ਟਰਾਂਸਕ੍ਰਿਪਸ਼ਨਲ ਮੋਡੀਫਿਕੇਸ਼ਨ ਲਈ ਜਿਹੜੀਆਂ ਐਂਜ਼ਾਈਮਸ ਨੇ ਲਾਈਗੇਜ਼ ਹੈ ਜਾਂ ਸਪਲਾਈਸਿੰਗ ਦਾ ਮੈਕੈਨਿਜ਼ਮ ਉਹ ਤਾਂ ਐਬਸੈਂਟ ਹੈ ਤਾਂ ਫਿਰ ਆਹ ਚੀਜ਼ ਤਾਂ ਐਸਕਰਸ਼ੀਆ ਕੋਲਾਈ 'ਚ ਕਿਵੇਂ ਬਣਾ ਲਈ ਇਸ ਕੰਪਨੀ ਨੇ ਐਲੀ ਲਿਲੀ ਨੇ ਹੋਇਆ ਕੀ ਬੇਟਾ ਇੱਥੇ ਕੀ ਕੀਤਾ ਜਾਂਦਾ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਅੰਡਰਸਟੈਂਡ ਕਰਵਾਉਂਦੀ ਹਾਂ ਜਿਹੜਾ ਜੀਨਸ ਨੇ ਅੱਗੇ ਇਨਸੂਲਿਨ ਬਣਾਉਣਾ ਹੈ ਕੀ ਕੀਤਾ ਜਾਂਦਾ ਉਸ ਜੀਨਸ ਦੀ ਪਹਿਲਾਂ ਲੈਬ ਦੇ ਵਿੱਚ ਉਸ ਜੀਨਸ ਦੀ ਪਹਿਲਾਂ ਟਰਾਂਸਕ੍ਰਿਪਸ਼ਨ ਕਰਾ ਕੇ ਉਹਦੇ ਤੋਂ mRNA ਬਣਾਇਆ ਜਾਂਦਾ mRNA ਦੀ ਰਿਵਰਸ ਟਰਾਂਸਕ੍ਰਿਪਟੇਜ਼ ਐਂਜ਼ਾਈਮ ਦੀ ਮਦਦ ਦੇ ਨਾਲ cDNA ਬਣਾਇਆ ਜਾਂਦਾ ਹੈ and this cDNA is directly introduced into Escherichia coli
ਇਹ ਜਿਹੜਾ CDN ਹੈ ਡਿਫਰੈਂਟ ਫॉर ਬੋਥ ਦਾ ਚੇਨਸ A ਚੇਨ ਐਂਡ B ਚੇਨ। CDNA ਡਾਇਰੈਕਟਲੀ ਇੰਟਰੋਡਿਊਸ ਕਰਵਾਇਆ ਜਾਂਦਾ ਹੈ ਤੇ CDNA ਫਿਰ ਫਰਦਰ ਕੀ ਬਣਾਉਂਦਾ ਇਨਸੂਲਿਨ। ਮੀਨਸ ਫਿਰ ਇਹ ਵਾਲਾ ਝੰਜਟ ਫਿਨਿਸ਼ ਹੋ ਜਾਏਗਾ, ਸਪਲਾਈਸਿੰਗ ਵਾਲਾ, ਲਾਈਗੇਜ਼ ਵਾਲਾ। ਠੀਕ ਹੈ ਜੀ, ਉਹ ਚੀਜ਼ ਪਹਿਲਾਂ ਬਾਹਰ ਹੀ ਕਰਕੇ CDNA ਕੰਪਲੀਮੈਂਟਰੀ DNA ਬਣਾ ਲਿਆ ਜਾਂਦਾ ਹੈ। ਕੰਪਲੀਮੈਂਟਰੀ DNA ਫਿਰ ਈਕੋਲਾਈ 'ਚ ਦੋ ਅਲੱਗ-ਅਲੱਗ ਈਕੋਲਾਈਜ਼ ਹਨ। ਇੱਕ ਈਕੋਲਾਈ ਦੇ ਵਿੱਚ A ਚੇਨ ਲਈ ਜੀਨ CDNA ਪਾਉਣਾ, ਇੱਕ ਈਕੋਲਾਈ 'ਚ B ਚੇਨ ਲਈ CDNA ਪਾਉਣਾ। ਸੋ ਉਹ ਦੋਨੋਂ ਮੈਚਿਓਰ ਕਰਕੇ ਫਿਰ ਦੋ ਪੋਲੀਪੈਪਟਾਈਡ ਚੇਨਸ ਬਣਾਉਣਗੇ, ਜਿਨ੍ਹਾਂ ਤੋਂ ਫਰਦਰ ਫਿਰ ਮੈਚਿਓਰ ਇਨਸੂਲਿਨ ਜਿਹੜੀ ਹੈ ਉਹ ਐਕਟਿਵ ਇਨਸੂਲਿਨ ਜਿਹੜੀ ਅਸੀਂ ਡਿਵੈਲਪ ਕਰਾ ਲਾਂਗੇ, ਰਾਈਟ। ਸੋ ਇਹ ਸੀ ਹਾਊ production of insulin takes place or how genetically engineered insulin was prepared. So this was done by American company Eli Lilly। ਤਾਂ ਜਿਹੜੀ insulin ਬਣਾਈ ਗਈ by this method ਉਹਨੂੰ ਨਾਮ ਦਿੱਤਾ ਗਿਆ ਹਿਊਮਲਿਨ। ਕੀ ਨੇਮ ਦਿੱਤਾ ਗਿਆ? ਹਿਊਮਲਿਨ, ਹਿਊਮਨ ਇਨਸੂਲਿਨ। ਠੀਕ ਹੈ ਜੀ। ਸੋ ਇੱਕ ਹੋਰ ਅਸੀਂ ਇੱਥੇ ਚੀਜ਼ ਡਿਸਕਸ ਕਰਾਂਗੇ। ਸੋ ਬੇਟਾ ਆਫਟਰ ਹਿਊਮਲਿਨ, ਜੋ ਹਿਊਮਲਿਨ ਸੀ ਮੈਂ ਆਲਰੇਡੀ ਦੱਸਤਾ, ਇਹ ਮਾਰਕੀਟ ਦੇ ਵਿੱਚ 5 ਜੁਲਾਈ 1983 ਵਿੱਚ ਇੰਟਰੋਡਿਊਸ ਕੀਤੀ ਗਈ ਬਾਈ ਐਲੀ ਲਿਲੀ ਕੰਪਨੀ। ਡੇਟ ਵਾਜ਼ ਵੈਰੀ ਇੰਪੋਰਟੈਂਟ ਟੂ ਰਿਮੈਂਬਰ। ਐਂਡ ਉਸ ਤੋਂ ਬਾਅਦ 1983 ਤੋਂ ਬਾਅਦ ਮੈਂ ਆਲਰੇਡੀ ਦੱਸਿਆ 1921 ਦੇ ਵਿੱਚ ਬੈਂਟਿੰਗ ਐਂਡ ਬੈਸਟ ਨੇ ਇਨਸੂਲਿਨ ਐਕਸਟਰੈਕਟ ਕੀਤੀ ਫਰੋਮ ਦ ਪੈਨਕ੍ਰੀਆਸ ਆਫ ਡੌਗ, ਰਾਈਟ। ਐਂਡ ਐਟ ਲਾਸਟ ਵਨ ਮੋਰ ਥਿੰਗ ਟੂ ਰਿਮੈਂਬਰ ਹੇਅਰ ਇਜ਼, ਉਸ ਤੋਂ ਬਾਅਦ ਐਲੀ ਲਿਲੀ ਕੰਪਨੀ ਅਲੋਂਗ ਵਿਦ ਰੈਨਬੈਕਸੀ, ਸਭ ਨੇ ਸੁਣੀ ਹੋਈ ਹੈ ਤੁਸੀਂ, ਇਹਨਾਂ ਨੇ ਇੱਕ ਹੋਰ ਜੈਨੇਟਿਕ ਇੰਜੀਨੀਅਰਡ ਇਨਸੂਲਿਨ ਬਣਾਈ, ਹਿਊਮੋਲੌਗ, ਰਾਈਟ। ਇਹ ਵੀ ਹਿਊਮੋਲੌਗ ਇਜ਼ ਆਲਸੋ ਜੈਨੇਟਿਕਲੀ ਇੰਜੀਨੀਅਰਡ ਇਨਸੂਲਿਨ। ਔਰ ਇਹਦਾ ਇੱਕ ਫਾਇਦਾ ਇਹ ਸੀ ਕਿ ਇਹ ਸ਼ਾਰਟ ਟਾਈਮ ਲੈਂਦੀ ਸੀ ਬਿਫੋਰ ਇਟ ਗੈਟਸ ਐਕਟੀਵੇਟਿਡ, ਥੋੜ੍ਹੇ ਸਮੇਂ 'ਚ ਐਕਟੀਵੇਟ ਹੋ ਜਾਂਦੀ ਸੀ। ਸੋ ਦਿਸ ਵਾਜ਼ ਜੈਨੇਟਿਕਲ ਇੰਜੀਨੀਅਰਡ ਇਨਸੂਲਿਨ, ਰਾਈਟ। ਸੋ ਇਸ ਜਿਹੜੀ ਜੈਨੇਟਿਕਲੀ ਇੰਜੀਨੀਅਰਡ ਇਨਸੂਲਿਨ ਬਣਾਈ ਗਈ ਉਹਦੇ ਐਡਵਾਂਟੇਜਸ ਵੀ ਨੇ ਅਤੇ ਕੁਛ ਡਿਸਐਡਵਾਂਟੇਜਸ ਵੀ ਨੇ। ਐਡਵਾਂਟੇਜ ਕੀ ਹੈ? ਇਹ ਹਿਊਮਨ ਇਨਸੂਲਿਨ ਦੇ ਵਰਗੀ ਹੈ, ਸਿਮਿਲਰ ਹੈ, ਪਿਓਰ ਹੈ, ਕੋਈ ਐਨੀਮਲ ਨੂੰ ਤੁਹਾਨੂੰ ਸਲੋਟਰ ਕਰਨ ਦੀ ਲੋੜ ਨਹੀਂ ਹੈ, ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਜਿਹੜੀ ਇਨਸੂਲਿਨ ਦੀ ਸ਼ਾਰਟੇਜ ਹੈ ਉਹ ਜਲਦੀ ਓਵਰਕਮ ਕੀਤੀ ਜਾ ਸਕਦੀ ਹੈ। ਡਿਸਐਡਵਾਂਟੇਜ ਕੀ ਹੈ? ਸਮਟਾਈਮਸ ਲੌਂਗ ਟਰਮ ਸਾਈਡ ਇਫੈਕਟਸ ਕਈ ਵਾਰੀ ਆ ਜਾਂਦੇ ਨੇ, ਠੀਕ ਹੈ। ਔਰ ਐਨੀਮਲਸ ਜਿਹੜੇ ਨੇ ਲਿਟਲ ਹਾਰਮੋਨ ਪ੍ਰੋਡਿਊਸ ਕਰਦੇ ਨੇ, ਸੋ ਇਸ ਕਰਕੇ ਲਾਰਜ ਨੰਬਰ ਆਫ ਐਨੀਮਲਸ ਆਰ ਯੂਜ਼ਡ, ਬਟ ਐਡਵਾਂਟੇਜ ਜ਼ਿਆਦਾ ਨੇ, ਰਾਈਟ। ਸੋ ਦਿਸ ਵਾਜ਼ ਆਲ ਅਬਾਊਟ ਜੈਨੇਟਿਕਲੀ ਇੰਜੀਨੀਅਰਡ ਇਨਸੂਲਿਨ।